भी जिक्र कर रहा है भी ਜਿਹੜਾ ਇਹ ਫਾਇਰਿੰਗ ਦਾ ਇਨਸੀਡੈਂਟ ਹੋਇਆ ਕੋਟਕਪੂਰਾ ਚੌਂਕ ਦੇ ਵਿੱਚ ਜਿਹਦੇ ਵਿੱਚ ਬਹੁਤ ਸਾਰੇ ਬੰਦੇ ਪ੍ਰੋਟੈਸਟਰ ਇੰਜਰਡ ਹੋਏ ਉਹਦੇ ਲਈ ਜਿਹੜੇ ਕਨਸਪੀਰੇਟਰ ਨੇ ਉਹ ਡੀਜੀਪੀ ਸਮੇਤ ਸੈਣੀ ਤੇ ਮਨਤਾਰ ਬਰਾੜ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ। ਹੁਣ ਇਸ ਇਨਵੈਸਟੀਗੇਸ਼ਨ ਨੂੰ ਡਰੈਗ ਕਰਕੇ 2022 ਦੀਆਂ ਇਲੈਕਸ਼ਨਾਂ ਦੇ ਨੇੜੇ ਲਿਆਂਦਾ ਜਾ ਰਿਹਾ ਸੀਗਾ ਤਾਂ ਕਿ ਜਿਹੜੀ ਰੂਲਿੰਗ ਪਾਰਟੀ ਹੈ ਜਾਂ ਦੂਜੀ ਧਿਰ ਹੈ ਜਿਹੜੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਬਦਨਾਮ ਕਰਕੇ ਫਾਇਦਾ ਉਠਾਇਆ ਜਾ ਸਕੇ, ਦੂਜੀ ਧਿਰ ਨੂੰ ਫਾਇਦਾ ਮਿਲ ਸਕੇ। ਕਿ ਕਿਸੇ ਨੂੰ ਫਸਾਉਣ ਦੇ ਚੱਕਰ ਦੇ ਵਿੱਚ 6 ਸਾਲ ਹੋ ਗਏ ਨੇ, ਸਿਆਸਤ ਖੂਬ ਹੋਈ ਹੈ, ਪਰ ਜਿਹੜੇ ਲੋਕ ਜਿਹੜੇ ਇਨਸਾਫ ਦੀ ਉਡੀਕ ਕਰ ਰਹੇ ਨੇ 6 ਸਾਲ ਪਹਿਲਾਂ ਹੀ ਉਹਨਾਂ ਨੂੰ ਡਿਲੇ ਕੀਤਾ ਹੈ ਤੇ ਹੁਣ ਉਹਨਾਂ ਨੂੰ ਇਨਸਾਫ ਮਿਲਣ 'ਚ ਹੋਰ ਦੇਰੀ, ਇਸ ਦਾ ਜ਼ਿੰਮੇਵਾਰ ਕੌਣ ਹੈ? ਇੱਥੇ ਹੁਣ ਹਾਈ ਕੋਰਟ ਨੇ ਐਪਰੀਸ਼ੀਏਟ ਕੀਤਾ ਤੇ ਇਹ ਫਾਈਂਡਿੰਗਾਂ ਦੇਤੀਆਂ ਵੀ ਇਹ ਮਲੀਸ਼ੀਅਸ ਇਨਵੈਸਟੀਗੇਸ਼ਨ ਹੈ, ਇਹ ਮੈਲਾਫਾਈਡ ਇਨਵੈਸਟੀਗੇਸ਼ਨ ਹੈ। ਤਾਂ ਇਹਦੇ ਵਿੱਚ ਜਿਹੜੇ ਆਫੀਸਰ ਨੇ ਇਨਵੈਸਟੀਗੇਸ਼ਨ ਕੀਤੀ ਹੈ ਉਹਦੇ ਕੈਰੀਅਰ ਤੇ ਵੀ ਦਾਗ ਲੱਗਦਾ ਹੈ। ਇਸ ਚੀਜ਼ ਦੇ ਲਈ ਜ਼ਿੰਮੇਵਾਰ ਕੌਣ ਹੈ? ਕੱਲ੍ਹ ਨੂੰ ਕੋਈ ਵੀ ਇਹ ਇੱਦਾਂ ਦੇ ਹਾਲਾਤ ਪੈਦਾ ਹੋ ਗਏ ਵੀ ਕੋਈ ਵੀ ਇਨਵੈਸਟੀਗੇਟਿੰਗ ਆਫੀਸਰ ਕਿਸੇ ਸੈਂਸਿਟਿਵ ਮੈਟਰ ਨੂੰ ਡੇਅਰਿੰਗ ਤੇ ਬੜੀ ਦਲੇਰੀ ਨਾਲ ਤੇ ਬੜੀ ਮਿਹਨਤ ਨਾਲ ਸ਼ਿੱਦਤ ਨਾਲ ਕਿਵੇਂ ਇਨਵੈਸਟੀਗੇਟ ਕਰੂ, ਉਹਦੇ ਤੋਂ ਸਗੋਂ ਸਰਕਾਰੀ ਤੰਤਰ ਨੇ ਐਸੀਆਂ ਗਲਤੀਆਂ ਕਰਵਾਈਆਂ ਜਿਵੇਂ ਉਹ ਮਾਡਲ ਕੋਡ ਆਫ ਕੰਡਕਟ ਦੇ ਵਿੱਚ ਚਲਾਨ ਪੇਸ਼ ਕਰਵਾ ਦੇਣਾ, ਉਹਦੇ ਦਸਤਖਤ ਜਦੋਂ ਉਹ ਹੀ ਵਾਜ਼ ਨਾਟ ਮੈਂਬਰ ਆਫ ਸਿਟ ਉਦੋਂ ਦਸਤਖਤ ਕਰਵਾ ਲੈਣੇ। ਉਹਦੇ ਵਿੱਚ ਇੰਟਰਵਿਊਆਂ 'ਚ ਉਹ ਅਕਸਰ ਗੰਭੀਰ ਹੋ ਕੇ ਕਹਿ ਰਹੇ ਨੇ ਵੀ ਮੇਰੇ ਤੇ ਬੜਾ ਦਬਾਅ ਸੀ। ਕੀ ਉਹ ਦਬਾਅ ਇਹੀ ਸੀ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਉਹਦੇ ਹਿਸਾਬ 'ਚ ਉਹ ਕੌਂਸਪੀਰੇਟਰ ਬਣਦੇ ਨਾ ਹੁਣ ਵੀ ਉਹਨਾਂ ਨੂੰ ਕੌਂਸਪੀਰੇਟਰ ਗਰਦਾਨ ਦੇ? ਕੀ ਉਹ 'ਤੇ ਇਹੋ ਜਿਹਾ ਦਬਾਅ ਸੀਗਾ? ਉਹਦੇ ਤੇ ਐਲੀਗੇਸ਼ਨ ਆ ਰਹੇ ਨੇ ਕਈ ਥਾਂ ਤੇ ਵੀ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਗੁਰਦੀਪ ਸਿੰਘ ਪਟੀਸ਼ਨਰ ਨੂੰ ਅਪਰੂਵਰ ਬਣਾਉਣ ਲਈ ਐਵੀਡੈਂਸ ਕ੍ਰੀਏਟ ਕਰਨ ਲਈ ਦਬਾਅ ਬਣਾਇਆ। ਅੱਜ ਇਹ ਹਾਲਾਤ ਪਹੁੰਚ ਗਏ ਵੀ 6 ਸਾਲਾਂ ਤੋਂ ਬਾਅਦ ਵੀ ਉਸ offense ਦੀ ਇਨਵੈਸਟੀਗੇਸ਼ਨ ਜ਼ੀਰੋ ਤੇ ਆ ਖੜੀ ਤੇ ਸ਼ਰਮ ਦੀ ਗੱਲ ਹੈ ਸਾਡੇ ਵਾਸਤੇ। 6 ਸਾਲ ਹੋ ਚੁੱਕੇ ਨੇ ਪਹਿਲਾਂ ਬੇਅਦਬੀ ਤੇ ਉਸ ਤੋਂ ਬਾਅਦ ਹੋਏ ਗੋਲੀकांड ਮਾਮਲਿਆਂ ਨੂੰ, ਪਰ ਹੁਣ ਤੱਕ ਇਸ ਉੱਤੇ ਸਿਆਸਤ ਤਾਂ ਖੂਬ ਹੋਈ ਹੈ ਪਰ ਜਾਂਚ ਤੇ ਨਾ ਤੇ ਨਤੀਜੇ ਸਿਫਰ ਨੇ। ਦ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਮਾਣਯੋਗ ਕੋਰਟ ਦੇ ਆਰਡਰ ਆਉਣ ਤੋਂ ਬਾਅਦ ਕਈ ਸਵਾਲ ਖੜੇ ਹੁੰਦੇ ਨੇ ਤੇ ਉਹਨਾਂ ਸਵਾਲਾਂ ਦੇ ਜਵਾਬ ਲੱਭਣ ਦੇ ਲਈ ਅਸੀਂ ਪਹੁੰਚੇ ਹਾਂ ਸੀਨੀਅਰ ਐਡਵੋਕੇਟ ਮੋਹਿੰਦਰ ਸਿੰਘ ਜੋਸ਼ੀ ਜੀ ਦੇ ਕੋਲ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਰ, ਬਹੁਤ ਸਵਾਗਤ ਹੈ ਦ ਖਬਰਸਾਰ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਸਰ ਮੈਂ ਸਿੱਧਾ ਸਵਾਲ ਤੇ ਆਵਾਂਗਾ, ਤੁਸੀਂ ਚਲਾਨ ਪੜ੍ਹੇ ਹੋਣਗੇ, ਜੇ ਕਾਨੂੰਨੀ ਪੱਖੋਂ ਅਸੀਂ ਦੇਖੀਏ ਚਲਾਨ ਠੀਕ ਨੇ ਜਾਂ ਤੁਹਾਨੂੰ ਕਿਤੇ ਕਮੀ ਲੱਗਦੀ ਹੈ? ਦੇਖੋ ਗੱਲ ਇਹ ਹੈ ਵੀ ਜਦੋਂ ਵੀ ਕੋਈ offense ਹੁੰਦਾ ਹੈ ਉਹਦੇ ਵਿੱਚ FIR ਦਰਜ ਹੁੰਦੀ ਹੈ। ਜਿਹੜਾ ਹੁਣ ਇਹ ਚਰਚਾ ਦੇ ਵਿੱਚ ਵਿਸ਼ਾ ਵੀ ਹਾਈ ਕੋਰਟ ਦਾ ਫੈਸਲਾ ਆਇਆ ਹੈ FIR 129 ਦੇ ਵਿੱਚ ਜਿਹੜੀ ਇਨਕੁਆਇਰੀ ਕਮਿਸ਼ਨ ਜਸਟਿਸ ਰਣਜੀਤ ਸਿੰਘ ਦਾ ਇਨਕੁਆਇਰੀ ਕਮਿਸ਼ਨ ਦੇ ਰਿਕਮੈਂਡੇਸ਼ਨ ਤੇ ਅਜੀਤ ਸਿੰਘ ਕੰਪਲੇਨੈਂਟ ਵੱਲੋਂ ਇਹ ਪਰਚਾ ਦਰਜ ਹੋਇਆ ਸੀਗਾ ਤੇ ਉਹਦੀ ਇਨਵੈਸਟੀਗੇਸ਼ਨ ਦੀ ਜੇ ਗੱਲ ਕਰੀਏ ਤਾਂ ਉਹਦੇ ਵਿੱਚ ਇਹ ਆਇਆ ਵੀ ਜਿਹੜਾ ਕੁਮਰ ਵਿਜੇ ਪ੍ਰਤਾਪ ਸਿੰਘ ਹੈ ਉਹਨੇ ਇਨਵੈਸਟੀਗੇਸ਼ਨ ਦੇ ਵਿੱਚ ਚਲਾਨ ਪੇਸ਼ ਕੀਤਾ। ਉਹਦੇ ਵਿੱਚ 6-7 ਪੁਲਿਸ ਅਫਸਰ ਜਿਹੜੇ ਹੈਗੇ ਨੇ ਉਹਨੇ ਅਕਿਊਜ਼ਡ ਬਣਾਏ ਉਹਦੇ ਵਿੱਚ 173 ਦੀ ਰਿਪੋਰਟ ਦੇ ਵਿੱਚ, ਜਿਹਦੇ ਵਿੱਚ ਇੱਕ ਪੋਲੀਟੀਕਲ ਲੀਡਰ ਮਨਤਾਰ ਸਿੰਘ ਬਰਾੜ ਨੂੰ ਵੀ ਰੱਖਿਆ। ਪਰ ਉਹ ਨਾਲ ਉਹ 23/5/2019 ਨੂੰ ਜਿਹੜਾ ਚਲਾਨ ਪੇਸ਼ ਕੀਤਾ ਉਹਦੇ ਵਿੱਚ ਜਿਹੜਾ ਹੈਗਾ ਇਹ ਵੀ ਜ਼ਿਕਰ ਕਰ ਰਿਹਾ ਵੀ ਜਿਹੜਾ ਇਹ ਫਾਇਰਿੰਗ ਦਾ ਇਨਸੀਡੈਂਟ ਹੋਇਆ ਕੋਟਕਪੂਰਾ ਚੌਂਕ ਦੇ ਵਿੱਚ ਜਿਹਦੇ ਵਿੱਚ ਬਹੁਤ ਸਾਰੇ ਬੰਦੇ ਪ੍ਰੋਟੈਸਟਰ ਇੰਜਰਡ ਹੋਏ, ਉਹਦੇ ਲਈ ਜਿਹੜੇ ਕੌਂਸਪੀਰੇਟਰ ਨੇ ਉਹ ਡੀਜੀਪੀ ਸਮੇਤ ਸੈਣੀ ਤੇ ਮਨਤਾਰ ਬਰਾੜ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ। ਪਰ ਉਹਦੇ ਵਿੱਚ ਇਹ ਗੱਲ ਹੈ ਵੀ ਹੀ ਹੈਜ਼ ਨਾਟ ਫਾਈਲਡ ਐਨੀ ਚਲਾਨ, ਉਹਨਾਂ ਦੇ ਖਿਲਾਫ ਦੇ ਵਰ ਨਾਟ ਅਰੇਡ ਐਜ਼ ਅਕਿਊਜ਼ਡ, ਉਹਨਾਂ ਨੂੰ ਦੋਸ਼ੀ ਦੇ ਸੂਚੀ ਵਿੱਚ ਵੀ ਨਹੀਂ ਰੱਖਿਆ। ਕਾਰਨ ਉਹਦਾ ਇਹ ਸੀਗਾ ਉਹੀ ਪੋਲੀਟੀਕਲ ਏਜੰਡਾ ਕਿ ਬਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ
ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੋਈ ਐਵੀਡੈਂਸ ਹੈ ਹੀ ਨਹੀਂ ਸੀ, ਨਾ ਇਹ ਪ੍ਰੋਕਿਓਰ ਕਰ ਸਕੇ, ਨਾ ਹੀ ਕੋਈ ਐਵੀਡੈਂਸ ਇੱਦਾਂ ਦਾ, ਕਿਉਂਕਿ ਉਹਨਾਂ ਦਾ ਕੋਈ ਮੋਟਿਵ ਹੋ ਹੀ ਨਹੀਂ ਸਕਦਾ ਫਾਇਰਿੰਗ ਕਰਾਉਣ ਦਾ। ਇੱਕ ਸੀਐਮ ਕਿਉਂ ਚਾਹੂਗਾ? ਆਲਰੇਡੀ ਇੱਕ ਸਮੱਸਿਆ ਹੋਈ ਹੈ, ਇੱਕ ਇਨਸੀਡੈਂਟ ਹੋਇਆ, ਬੇਅਦਬੀਆਂ ਦਾ ਹੋਇਆ, ਆਲਰੇਡੀ ਲੋਕ ਪ੍ਰੋਟੈਸਟ ਕਰ ਰਹੇ ਨੇ, ਬੰਦੇ ਮਰਵਾ ਕੇ ਉਹਨਾਂ ਨੇ ਆਪਦੇ ਲਈ ਹੋਰ ਸਮੱਸਿਆ ਖੜੀ ਕਰਨੀ ਹੈ। ਸੋ ਇਹ ਹੋ ਹੀ ਨਹੀਂ ਸਕਦਾ। ਇਸ ਕਰਕੇ ਜਿਹੜਾ ਹੈਗਾ ਇਹ ਪੋਲੀਟੀਕਲ ਏਜੰਡਾ ਹੀ ਹੋ ਸਕਦਾ ਜਿਹੜਾ ਇਹ ਡਿਲੇ ਦਾ ਕਾਰਨ ਹੈ। ਤੁਸੀਂ ਗੱਲ ਕਰ ਰਹੇ ਸੀ ਵੀ ਇਨਵੈਸਟੀਗੇਸ਼ਨ ਦੇ ਵਿੱਚ ਡਿਲੇ ਦਾ ਕਾਰਨ ਕੀ ਹੈ। ਸਰ, ਪੋਲੀਟੀਕਲ ਏਜੰਡੇ ਤੋਂ ਯਾਦ ਆਇਆ ਕਿ ਇਹ ਆਰਡਰ ਦੇ ਵਿੱਚ ਵੀ ਮੇਰੇ ਖਿਆਲ 'ਚ ਲਿਖਿਆ ਗਿਆ ਹੈ ਕਿਤੇ ਪੋਲੀਟੀਕਲ ਏਜੰਡਾ, ਇਹ ਅੱਖਰ ਯੂਜ਼ ਕੀਤਾ ਗਿਆ ਆਰਡਰ ਦੇ ਵਿੱਚ। ਹਾਂ, ਆਰਡਰ 'ਚ ਵੀ ਜ਼ਿਕਰ ਆ ਰਿਹਾ ਕਿਉਂਕਿ ਜਿਹੜੇ ਪਟੀਸ਼ਨਰ ਨੇ ਗੁਰਦੀਪ ਸਿੰਘ SHO ਜੀ ਨੇ ਪਹਿਲੀ FIR ਦਰਜ ਕੀਤੀ ਸੀ, ਜਿਹਨੇ ਇਨਵੈਸਟੀਗੇਸ਼ਨ ਕੀਤੀ ਸੀ, ਕੁਝ ਬੰਦਿਆਂ ਦੇ ਇੰਜਰਡ ਪੁਲਿਸ ਵਾਲਿਆਂ ਦੇ ਬਿਆਨ ਰਿਕਾਰਡ ਕੀਤੇ ਤੇ ਕੁਝ ਦੋਸ਼ੀ ਪਕੜੇ ਤੇ ਉਹਨਾਂ ਤੋਂ ਕੁਝ ਰਿਕਵਰੀਆਂ ਕਰੀਆਂ ਦੇ, ਚਾਹੇ ਉਹ ਸਪੋਰਟ ਤੋਂ ਹੋਣ, ਲਾਠੀਆਂ ਹੋਣ, ਜੋ ਵੀ ਮਤਲਬ ਰਿਕਵਰੀਆਂ ਹੋਈਆਂ। ਉਹ ਇਸ ਜਿਹੜੀ ਲੇਟੈਸਟ FIR ਤੀ ਜਿਹਦੀ ਇਨਵੈਸਟੀਗੇਸ਼ਨ ਕੁੰਵਰ ਵਿਜੇ ਪ੍ਰਤਾਪ ਸਿੰਘ IAS ਨੇ ਕੀਤੀ, ਉਹਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਕੋਈ ਜ਼ਿਕਰ ਨਹੀਂ, ਇਗਨੋਰ ਹੀ ਕਰਤਾ ਉਹਨੂੰ ਸਾਰੇ ਨੂੰ। ਤੇ ਕੋਰਟ ਨੇ ਇਹ ਲੱਗਿਆ ਵੀ ਇਹ ਇੱਕ ਪਾਸੜ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਹੈ ਔਰ ਮਹਿਲਾ ਫਾਈਡ ਹੈ। ਇਹਦੇ ਵਿੱਚ ਕਿਉਂਕਿ ਪੋਲੀਟੀਕਲੀ ਜਿਹੜੇ ਉਸ ਸਮੇਂ ਦੇ ਪੋਲੀਟੀਕਲ ਹੈੱਡ ਸੀ ਸਟੇਟ ਦੇ, ਉਹਨਾਂ ਨੂੰ ਇਨਵੋਲਵ ਕਰਨ ਦੀ ਇੰਡੀਕੇਸ਼ਨ ਆ ਰਹੀ ਹੈ। ਔਰ ਈਵਨ TV ਚੈਨਲ ਨੂੰ ਜਿਹੜਾ ਹੈਗਾ ਇਹਨਾਂ ਨੇ IO ਨੇ ਜਿਹੜੇ ਇਨਵੈਸਟੀਗੇਟਿੰਗ ਸੀਗੇ, ਉਹਨਾਂ ਨੇ ਇੱਕ TV ਚੈਨਲ ਨੂੰ ਆਪਣਾ ਇੰਟਰਵਿਊ ਦਿੱਤੀ, ਉਹ ਵੀ ਉਸ ਸਮੇਂ ਜਦੋਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੋ ਰਹੀਆਂ ਸੀਗੀਆਂ। ਹੁਣ ਇਸ ਇਨਵੈਸਟੀਗੇਸ਼ਨ ਨੂੰ ਡਰੈਗ ਕਰਕੇ 2022 ਦੀਆਂ ਇਲੈਕਸ਼ਨਾਂ ਦੇ ਨੇੜੇ ਲਿਆਂਦਾ ਜਾ ਰਿਹਾ ਸੀਗਾ ਤਾਂ ਕਿ ਜਿਹੜੀ ਰੂਲਿੰਗ ਪਾਰਟੀ ਹੈ ਜਾਂ ਦੂਜੀ ਧਿਰ ਹੈ ਜਿਹੜੀ ਸਰਕਾਰ, ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਬਦਨਾਮ ਕਰਕੇ ਫਾਇਦਾ ਉਠਾਇਆ ਜਾ ਸਕੇ, ਦੂਜੀ ਧਿਰ ਨੂੰ ਫਾਇਦਾ ਮਿਲ ਸਕੇ। ਸਰ, ਇੱਥੇ ਤੁਹਾਡੀ ਗੱਲ 'ਚੋਂ ਇਹ ਸਵਾਲ ਨਿਕਲਦਾ ਹੈ ਕਿ ਕਿਸੇ ਨੂੰ ਫਸਾਉਣ ਦੇ ਚੱਕਰ ਦੇ ਵਿੱਚ 6 ਸਾਲ ਹੋ ਗਏ ਨੇ, ਸਿਆਸਤ ਖੂਬ ਹੋਈ ਹੈ, ਪਰ ਜਿਹੜੇ ਲੋਕ ਜਿਹੜੇ ਇਨਸਾਫ ਦੀ ਉਡੀਕ ਕਰ ਰਹੇ ਨੇ, 6 ਸਾਲ ਪਹਿਲਾਂ ਹੀ ਉਹਨਾਂ ਨੂੰ ਡਿਲੇ ਕੀਤਾ ਹੈ ਤੇ ਹੁਣ ਉਹਨਾਂ ਨੂੰ ਇਨਸਾਫ ਮਿਲਣ 'ਚ ਹੋਰ ਦੇਰੀ, ਇਸ ਦਾ ਜ਼ਿੰਮੇਵਾਰ ਕੌਣ ਹੈ? ਦੇਖੋ, ਗੱਲ ਇਹ ਹੈ ਬਈ ਜਦੋਂ ਕਿਤੇ ਕੋਈ ਗੈਦਰਿੰਗ ਹੁੰਦੀ ਹੈ, ਕੋਈ ਐਜੀਟੇਸ਼ਨ ਹੁੰਦੀ ਹੈ, ਪ੍ਰੋਟੈਸਟ ਹੁੰਦਾ ਹੈ, ਤਾਂ ਲੋਕਲ ਪੁਲਿਸ ਆਉਂਦੀ ਹੈ ਉੱਥੇ। ਜੇ ਜ਼ਿਆਦਾ ਵੱਡਾ ਇਕੱਠ ਹੋਵੇ ਤੇ ਆਲੇ ਦੁਆਲੇ ਪੁਲਿਸ ਦੀ ਜਿਹੜੀ ਹੈ ਨਫਰੀ ਮੰਗਾਈ ਜਾਂਦੀ ਹੈ। ਉੱਥੇ ਇੱਕ ਡਿਊਟੀ ਮੈਜਿਸਟਰੇਟ, SDM, ਤਹਿਸੀਲਦਾਰ ਕੋਈ ਨਾ ਕੋਈ ਤੈਨਾਤ ਰਹਿੰਦਾ ਹੈ। ਜਦੋਂ ਕੋਈ ਜ਼ਿਆਦਾ ਪ੍ਰੋਬਲਮ ਵੱਧਦੀ ਹੈ ਤਾਂ ਉਹ ਜੋ ਮੌਕੇ 'ਤੇ ਇਲਾਕਾ ਮੈਜਿਸਟਰੇਟ ਤੈਨਾਤ ਹੁੰਦਾ ਹੈ, ਪੁਲਿਸ ਕੋਈ ਫੋਰਸ ਯੂਜ਼ ਕਰਨਾ ਚਾਹੁੰਦੀ ਹੈ, ਕੋਈ ਲਾਠੀ ਚਾਰਜ ਕਰਨਾ ਚਾਹੁੰਦੀ ਹੈ, ਤਾਂ ਪੁਲਿਸ ਆਪਣੇ ਆਪ ਨਹੀਂ ਕਰ ਸਕਦੀ, ਉਹਨਾਂ ਨੂੰ ਜਿਹੜਾ ਪਰਮਿਸ਼ਨ ਲੈਣੀ ਪੈਂਦੀ ਹੈ ਮੈਜਿਸਟਰੇਟ ਦੀ। ਇਸ ਕੇਸ ਵਿੱਚ ਪਹਿਲਾਂ ਲਾਠੀ ਚਾਰਜ ਹੋਇਆ, ਪਾਣੀ ਦੀਆਂ ਬੁਛਾੜਾਂ ਹੋਈਆਂ, 3rd ਸਟੇਜ 'ਤੇ ਆ ਕੇ ਜਿਹੜੀ ਹੈਗੀ ਹੈ ਆਪਣਾ ਫਾਇਰਿੰਗ ਹੁੰਦੀ ਹੈ। ਤਾਂ ਇੱਥੇ ਕੋਰਟ ਨੇ ਇਹ ਦੇਖਿਆ ਵੀ ਜਿਹੜਾ ਅਨਪ੍ਰੋਵੋਕਡ ਦੀ ਗੱਲ ਕਰ ਰਹੇ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ, ਉਹ ਸਬਸਟੈਂਸ਼ੀਏਟ ਨਹੀਂ ਹੁੰਦੀ ਹਾਲਾਤਾਂ ਤੋਂ ਤੇ ਐਵੀਡੈਂਸ ਤੋਂ। ਜੋ ਪ੍ਰਕਾਸ਼ ਸਿੰਘ ਬਾਦਲ ਨੂੰ ਕੌਂਸਪੀਰੇਟਰ ਕਿਹਾ ਜਾ ਰਿਹਾ ਚਲਾਣ ਦੇ ਵਿੱਚ, ਉਹਦੇ ਬਾਰੇ ਕੋਈ ਐਵੀਡੈਂਸ ਹੈ ਨਹੀਂ, ਕੋਈ ਗੱਲ ਹੈ ਨਹੀਂ, ਸਿਰਫ ਕਲਪਨਾ ਦੇ ਆਧਾਰ 'ਤੇ, ਸਿਰਫ ਪ੍ਰਜੰਪਸ਼ਨ ਦੇ ਆਧਾਰ 'ਤੇ, ਜਾਂ ਸਿਰਫ ਕਮਿਊਨੀਕੇਸ਼ਨ ਦੇ ਆਧਾਰ 'ਤੇ, ਜਾਂ ਇਹ ਵਿਦਆਊਟ ਐਨੀ ਮੋਟਿਵ ਜੇ ਕੋਈ ਅਪਰਾਧ ਕਰਦਾ ਹੈ ਉਹਦਾ ਕੋਈ ਮੋਟਿਵ ਵੀ ਹੋਣਾ ਚਾਹੀਦਾ। ਤੁਸੀਂ ਕਿਹਾ ਕਮਿਊਨੀਕੇਸ਼ਨ ਦੇ ਆਧਾਰ 'ਤੇ, ਕਮਿਊਨੀਕੇਸ਼ਨ ਦੇ ਬਿਹਾਫ 'ਤੇ ਸਿਰਫ ਕਾਲ ਡਿਟੇਲਸ ਲਾਈਆਂ ਗਈਆਂ ਨੇ, ਰਿਕਾਰਡਿੰਗ ਕਿਤੇ ਵੀ ਮੈਂਸ਼ਨ ਨਹੀਂ ਕੀਤੀ ਗਈ। ਸਿਰਫ ਉਹਨੇ ਕਾਲ ਡਿਟੇਲ ਲਾਈਆਂ ਨੇ ਵੀ CM ਜਿਹੜਾ ਹੈਗਾ ਉਹ DGP ਨੂੰ ਗੱਲ ਕਰ ਰਿਹਾ ਹੈ ਜਾਂ ਮਨਤਾਰ ਬਰਾੜ ਉਹਨਾਂ ਦੇ OSD ਨਾਲ ਗੱਲ ਕਰ ਰਿਹਾ, ਇੱਦਾਂ ਦੀ ਕਾਲ ਡਿਟੇਲ ਨੇ। ਇਹਦੇ ਤੋਂ ਕੋਈ ਐਵੀਡੈਂਸ ਸਾਬਤ ਨਹੀਂ ਹੁੰਦਾ ਵੀ ਕੋਈ ਦਿਸ਼ਾ ਨਿਰਦੇਸ਼ ਦੇ ਦਿਓ ਬੰਦੇ ਮਾਰ ਦਿਓ। ਕਿਹੜਾ CM ਚਾਹੇਗਾ ਵੀ ਉਹਦੇ ਹਲਕੇ ਦੇ ਵਿੱਚ ਆਲਰੇਡੀ ਲਾਅ ਐਂਡ ਆਰਡਰ ਦੀ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਤੇ ਉਹਨੂੰ ਹੋਰ ਐਗਰਾਵੇਟ ਕਰ ਦਿਓ ਤੇ ਉਹਨੂੰ ਵਧਾ ਦਿਓ? ਇਹ ਮੋਟਿਵ ਕੋਈ ਹੋ ਹੀ ਨਹੀਂ ਸਕਦਾ, ਇਹ ਸੰਭਵ ਹੈ ਹੀ ਨਹੀਂ। ਇਸ ਕਰਕੇ ਇਹਨੂੰ ਪੋਲੀਟੀਕਲ ਏਜੰਡਾ ਇਸੇ ਕਰਕੇ ਕਿਹਾ ਜਾ ਰਿਹਾ ਬਈ ਜਿਹੜੇ ਮੌਕੇ ਤੇ ਬੰਦੇ ਪੁਲਿਸ ਵਾਲੇ ਦੀ ਡਿਊਟੀ ਸੀ, ਜੇਕਰ ਉਹਨਾਂ ਨੇ ਐਕਸੈਸਿਵ ਫੋਰਸ ਵਰਤੀ, ਜੇ ਉਹਨਾਂ ਨੇ ਜ਼ਿਆਦਾ ਜਿਹੜਾ ਹੈਗਾ ਲੋੜ ਤੋਂ ਵੱਧ ਹੋਏ, ਜੋ ਗੈਦਰਿੰਗ ਨੂੰ ਐਮੀਕੇਬਲੀ ਹੈਂਡਲ ਕੀਤਾ ਜਾ ਸਕਦਾ ਸੀ, ਉੱਥੇ ਫਾਇਰਿੰਗ ਕਰਤੀ, ਤਾਂ ਜਿਹੜੇ ਪੁਲਿਸ ਅਫਸਰ ਫਾਇਰਿੰਗ ਕਰਦੇ ਨੇ ਉਹ ਦੋਸ਼ੀ ਨੇ। ਜੋ ਸਪੋਜ਼ ਕਰੋ ਲੈਗਸ 'ਚ ਲੱਤਾਂ 'ਚ ਮਾਰਦੇ ਨੇ ਜਾਂ ਸਿੱਧਾ ਹੈੱਡ 'ਚ ਮਾਰਦੇ ਨੇ, ਇਹ ਵੀ ਦੇਖਣ ਵਾਲੀਆਂ ਗੱਲਾਂ ਹੁੰਦੀਆਂ ਨੇ। ਅਤੇ ਨਾਲ ਹੀ ਜਿਹੜਾ ਉੱਥੇ ਕਮਾਂਡਿੰਗ ਇੰਚਾਰਜ ਹੁੰਦਾ, ਕਮਾਂਡਿੰਗ ਪੋਜੀਸ਼ਨ 'ਚ, ਜਿਵੇਂ ਇੱਥੇ ਇਹ ਉਮਰਾ ਨੰਗਲ ਜਿਹਨੂੰ ਕਿਹਾ ਜਾ ਰਿਹਾ ਵੀ ਉਹ ਕਮਾਂਡਿੰਗ ਪੋਜੀਸ਼ਨ ਸੀਗੇ,
ਉਹਦੇ ਲੈਵਲ ਤੱਕ ਹੀ ਇਹ ਜਿਹੜਾ ਹੈਗਾ ਜਾ ਸਕਦੀ ਹੈ ਗੱਲ। ਉਸ ਤੋਂ ਬਾਅਦ ਮੈਜਿਸਟ੍ਰੇਟ ਤੇ ਗੱਲ ਆ ਜਾਂਦੀ ਹੈ। ਜੇ ਮੈਜਿਸਟ੍ਰੇਟ ਇਹ ਲਿਖ ਕੇ ਦਿੰਦਾ ਹੈ ਬਕਾਇਦਾ ਵੀ ਪੁਲਿਸ ਨੇ ਉਹਦੀ ਅਥਾਰਟੀ ਤੋਂ ਬਿਨਾਂ ਐਕਸੈਸਿਵ ਫੋਰਸ ਯੂਜ਼ ਕਰਕੇ ਬੰਦਿਆਂ ਤੇ ਫਾਇਰਿੰਗ ਕੀਤੀ, ਤਦ ਇਹ ਜਿਹੜਾ ਹੈਗਾ ਪੁਲਿਸ ਅਫਸਰ ਅਕਿਊਜ਼ਡ ਬਣਾਏ ਜਾ ਸਕਦੇ ਨੇ। ਤੁਸੀਂ ਜਮਾ ਹੈੱਡ ਆਫ ਦੀ ਸਟੇਟ ਨੂੰ ਫਸਾਉਣ ਦੀ ਕੋਸ਼ਿਸ਼ ਕਰ, ਇਸੇ ਚੱਕਰ 'ਚ ਇਹ ਦੇਰੀ ਹੋਈ ਹੈ। ਦੂਸਰਾ, ਇਸ ਚੀਜ਼ ਨੂੰ ਇਹ ਇਦਾਂ ਦੇ ਹਾਲਾਤ ਕ੍ਰੀਏਟ ਕਰਕੇ ਬਈ ਸਟੇਟ ਦਾ ਹੈੱਡ ਇਨਵੋਲਵ ਸੀਗਾ ਕੌਨਸਪੀਰੇਸੀ ਦੇ ਵਿੱਚ, ਇਹਨੂੰ ਲੰਬਾ ਕਰਕੇ ਇੱਕ ਇਲੈਕਸ਼ਨ ਦੇ ਕੋਲੇ ਲਿਜਾ ਕੇ ਉਹ ਚਲਾਨ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਇਸੇ ਕਰਕੇ ਇਹ ਲੱਗਿਆ ਵੀ ਇਹ ਪੋਲੀਟੀਕਲੀ ਮੇਰਾ ਸਵਾਲ ਉਹੀ ਸੀ ਵੀ ਜਿਹੜਾ ਹੁਣ 4 ਸਾਲ ਤਾਂ ਚਲੋ ਹੁਣ ਕੈਪਟਨ ਸਰਕਾਰ ਨੂੰ ਵੀ ਹੋ ਗਏ ਨੇ, ਜੇ ਹੁਣ ਇਸ ਮੌਕੇ ਤੇ ਆ ਕੇ ਵੀ ਮਾਨਯੋਗ ਕੋਰਟ ਇਹ ਕਹਿੰਦੀ ਹੈ ਵੀ ਇਹ ਸਿੱਟ ਦੀ ਰਿਪੋਰਟ ਠੀਕ ਨਹੀਂ, ਖਾਰਜ ਕੀਤੀ ਜਾਂਦੀ ਹੈ, ਨਵੀਂ ਸਿੱਟ ਬਣਾਈ ਜਾਵੇ, ਤਾਂ ਇਸ ਦਾ ਜ਼ਿੰਮੇਵਾਰ ਕੌਣ ਹੈ? ਕਿ ਹੋਮ ਮਿਨਿਸਟਰ ਦੀ ਡਿਊਟੀ ਨਹੀਂ ਬਣਦੀ ਸੀ ਵੀ ਇੰਨਾ ਇੰਪੋਰਟੈਂਟ ਮਸਲਾ ਜਿਹੜਾ ਸੂਬੇ ਦਾ ਇਸ ਵੇਲੇ ਟੌਪ ਪ੍ਰਾਇਰਟੀ ਦੇ ਮਸਲਾ ਹੋਵੇ, ਉਹਨੂੰ ਹੋਮ ਮਿਨਿਸਟਰ ਕੀ ਨਿਗਰਾਨੀ ਨਾਲ ਨਹੀਂ ਦੇਖ ਰਿਹਾ, ਕੀ ਇੰਟਰਸਟ ਨਹੀਂ ਲੈ ਰਿਹਾ, ਜਾਂ ਸਿੱਟ ਜੋ ਕਰਦੀ ਹੈ ਕਰੀ ਜਾਣ ਦਿਓ, ਅਸੀਂ ਘੱਟੋ ਘੱਟ ਇੰਟਰਫੇਅਰ ਜੇ ਨਹੀਂ ਕਰਨਾ, ਐਟਲੀਸਟ ਮੋਨੀਟਰ ਕਰਨਾ ਦਾ ਡਿਊਟੀ ਬਣਦੀ ਸੀ ਹੋਮ ਮਿਨਿਸਟਰ ਦੀ? ਦੇਖੋ 2017 ਤੋਂ ਨਵੀਂ ਸਰਕਾਰ ਬਣ ਗਈ ਸੀ, 2017 ਤੋਂ ਲੈ ਕੇ ਅੱਜ 2021 ਹੋ ਗਿਆ, ਕਿੰਨੇ ਸਾਲ ਹੋ ਗਏ? 4 ਸਾਲ ਹੋ ਗਏ। 4 ਸਾਲ ਦੇ ਵਿੱਚ ਇੱਕ ਇਨਵੈਸਟੀਗੇਸ਼ਨ ਨੂੰ ਤੁਸੀਂ ਲੌਜੀਕਲ ਐਂਡ ਤੇ ਲਿਜਾ ਨਹੀਂ ਸਕੇ, ਤੇ ਜੇ ਉਹਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਸਿੱਟ ਜਿਹੜੀ ਹੈਗੀ ਹੈ ਜੁਆਇੰਟਲੀ ਕੰਮ ਨਹੀਂ ਕਰ ਰਹੀ, ਕੋਈ ਪ੍ਰੋਬਲਮਾਂ ਕ੍ਰੀਏਟ ਹੋ ਰਹੀਆਂ ਨੇ, ਤਾਂ ਇਹ ਗ੍ਰਹਿ ਵਿਭਾਗ ਦਾ ਦੇਖਣਾ ਫਰਜ਼ ਨਹੀਂ ਸੀਗਾ ਵੀ ਜੇ ਹੁਣ ਆ ਕੇ ਇਹ ਗੱਲ ਖੁੱਲ੍ਹ ਰਹੀ ਹੈ ਵੀ ਇਹਦੇ ਵਿੱਚ ਕੁਝ ਕਮੀਆਂ ਤੀ ਜੀ, 23/5 ਨੂੰ ਜਿਹੜਾ ਚਲਾਨ ਪੇਸ਼ ਹੋ ਰਿਹਾ, ਹੀ ਵਾਜ਼ ਨਾਟ ਮੈਂਬਰ ਆਫ ਸਿੱਟ ਐਟ ਦੈਟ ਟਾਈਮ, ਤੇ ਇਹ ਸਾਰੀਆਂ ਗੱਲਾਂ ਕੀ ਗ੍ਰਹਿ ਵਿਭਾਗ ਨੇ ਦੇਖਣੀਆਂ ਨਹੀਂ ਸੀ? ਕਿਸੇ ਨੇ ਮੋਨੀਟਰ ਨਹੀਂ ਕਰਨਾ ਸੀ? ਇੰਨਾ ਸੈਂਸਿਟਿਵ ਮੈਟਰ ਤੀ, ਸਿੱਖ ਸੈਂਟੀਮੈਂਟ ਨਾਲ ਜੁੜਿਆ ਹੋਇਆ ਸੀਗਾ ਤੇ ਪਬਲਿਕ ਇੰਟਰਸਟ ਦੀ ਗੱਲ ਸੀ, ਪੰਜਾਬ ਲਈ ਬਹੁਤ ਵੱਡਾ ਕੇਸ ਸੀਗਾ ਇਹ। ਇਹਦੇ ਵਿੱਚ ਹਜ਼ਾਰਾਂ ਲੋਕ ਜਿਹੜੇ ਬਾਹਰਲੇ ਦੇਸ਼ਾਂ 'ਚ ਵੀ ਬੈਠੇ ਨੇ, ਉਹਨਾਂ ਦੀਆਂ ਵੀ ਭਾਵਨਾਵਾਂ ਜੁੜੀਆਂ ਹੋਈਆਂ ਸੀ। ਇਹਨੂੰ ਸਰਕਾਰ ਨੇ ਬਿਲਕੁਲ ਗੰਭੀਰਤਾ ਨਾਲ ਨਹੀਂ ਲਿਆ, ਸਿਰਫ ਇਹਦੇ ਤੇ ਵੋਟਾਂ ਬਟੋਰਨ ਦੀ ਨੀਤੀ ਤੇ ਚੱਲਦੇ ਰਹੇ। ਇਹ ਬੜੀ ਮਾੜੀ ਗੱਲ ਹੈ ਸਰ। ਇਸ ਵਿੱਚ ਫੇਲੀਅਰ ਤੁਸੀਂ ਸਿਰਫ ਕੁੰਵਰ ਵਿਜੇ ਪ੍ਰਤਾਪ ਦਾ ਮੰਨਦੇ ਹੋ, ਸਿੱਟ ਦਾ ਮੰਨਦੇ ਹੋ, ਜਾਂ ਸਿੱਧੇ ਤੌਰ ਤੇ ਹੋਮ ਮਿਨਿਸਟਰ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਵੀ ਤੁਸੀਂ ਇਸ ਦੇ ਵਿੱਚ ਜ਼ਿੰਮੇਵਾਰ ਮੰਨਦੇ ਹੋ? ਸਰ, ਇਹਦਾ ਸਾਰੀ ਸਰਕਾਰੀ ਤੰਤਰ ਨੂੰ ਅਸੀਂ ਦੋਸ਼ੀ ਮੰਨਦੇ ਹਾਂ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਿੰਨੀ ਉਹਦੀ ਐਫਰਟ ਸੀ, ਉਹਨੇ ਐਵੀਡੈਂਸ ਕਲੈਕਟ ਕੀਤਾ। ਉਹਦੇ ਤੇ ਵੀ ਹੋ ਸਕਦਾ ਕੋਈ ਸਰਕਾਰੀ ਦਬਾਅ ਹੋਵੇ ਵੀ ਆਹ ਜਿਹੜਾ ਗੱਲਾਂ ਪੈਦਾ ਹੋ ਰਹੀਆਂ ਨੇ ਵੀ ਬਿਨਾਂ ਐਨੀ ਐਵੀਡੈਂਸ ਕਿਸੇ ਨੂੰ ਕੌਨਸਪੀਰੇਟਰ ਡਿਕਲੇਅਰ ਕਰ ਦਿਓ, ਪ੍ਰਕਾਸ਼ ਸਿੰਘ ਬਾਦਲ ਨੂੰ ਡਿਕਲੇਅਰ ਕਰ ਦਿਓ, ਤੇ ਇਲੈਕਸ਼ਨਾਂ ਦੇ ਨੇੜੇ ਆ ਕੇ ਚਲਾਨ ਪੇਸ਼ ਕਰ ਦਿਓ, ਪਬਲਿਕ 'ਚ ਇੱਦਾਂ ਦਾ ਮਾਹੌਲ ਕ੍ਰੀਏਟ ਕਰ ਦਿਓ ਵੀ ਉਹੀ ਸਾਰੇ ਕਾਸੇ ਦੇ ਦੋਸ਼ੀ ਨੇ। ਤੇ ਇਹ ਜਿਹੜੀ ਹੈਗੀ ਹੈ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਇਹ ਸਰਕਾਰੀ ਤੰਤਰ ਨੇ ਵਿਗਾੜ ਪਵਾਇਆ, ਦੇ ਵਿੱਚ ਲੋਕਾਂ ਨੂੰ ਜਸਟਿਸ ਦੇਣ 'ਚ ਡਿਲੇ ਹੋਈ ਹੈ। ਤਾਂ ਹੀ ਹਾਈ ਕੋਰਟ ਦੇ ਵਿੱਚ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਪੱਖ ਵੀ ਪ੍ਰੋਪਰ ਨਹੀਂ ਰੱਖਿਆ ਗਿਆ। ਹੋ ਸਕਦਾ ਇਹਦੇ ਨਤੀਜੇ ਵੱਖਰੇ ਹੋ ਸਕਦੇ ਸੀਗੇ। ਹਾਲੇ ਵੀ ਜਿਹੜਾ ਹੈਗਾ ਇਸ ਜਿਹੜਾ ਹਾਈ ਕੋਰਟ ਦਾ ਆਰਡਰ ਹੈ ਉਹ ਕਾਫੀ ਹੱਦ ਤੱਕ ਡਿਬੇਟੇਬਲ ਹੈ, ਕਿਉਂਕਿ ਆਮ ਤੌਰ ਤੇ ਜਿਹੜਾ ਕਿਹਾ ਜਾਂਦਾ ਵੀ ਐਪਰੀਸ਼ੀਏਸ਼ਨ ਆਫ ਐਵੀਡੈਂਸ ਇਜ਼ ਆਲਵੇਜ਼ ਡਨ ਬਾਈ ਟ੍ਰਾਇਲ ਕੋਰਟ। ਇੱਥੇ ਹੁਣ ਹਾਈ ਕੋਰਟ ਨੇ ਐਪਰੀਸ਼ੀਏਟ ਕੀਤਾ ਤੇ ਇਹ ਫਾਈਂਡਿੰਗਾਂ ਦੇਤੀਆਂ ਵੀ ਇਹ ਮਲੀਸ਼ੀਅਸ ਇਨਵੈਸਟੀਗੇਸ਼ਨ ਹੈ, ਇਹ ਮੈਲਾਫਾਈਡ ਇਨਵੈਸਟੀਗੇਸ਼ਨ ਹੈ। ਤਾਂ ਇਹਦੇ ਵਿੱਚ ਜਿਹੜੇ ਆਫੀਸਰ ਨੇ ਇਨਵੈਸਟੀਗੇਸ਼ਨ ਕੀਤੀ ਹੈ ਉਹਦੇ ਕੈਰੀਅਰ ਤੇ ਵੀ ਦਾਗ ਲੱਗਦਾ ਹੈ, ਜਦੋਂ ਕਿ ਆਮ ਪਬਲਿਕ 'ਚ ਵਿਊ ਹੈ ਵੀ ਉਹ ਇੱਕ ਓਨੈਸਟ ਆਫੀਸਰ ਹੈ, ਇੱਕ ਵਧੀਆ ਆਫੀਸਰ ਹੈ। ਹੁਣ ਇਸ ਚੀਜ਼ ਦੇ ਲਈ ਜ਼ਿੰਮੇਵਾਰ ਕੌਣ ਹੈ? ਕੱਲ੍ਹ ਨੂੰ ਕੋਈ ਵੀ ਇਹ ਇੱਦਾਂ ਦੇ ਹਾਲਾਤ ਪੈਦਾ ਹੋ ਗਏ ਵੀ ਕੋਈ ਵੀ ਇਨਵੈਸਟੀਗੇਟਿੰਗ ਆਫੀਸਰ ਕਿਸੇ ਸੈਂਸਿਟਿਵ ਮੈਟਰ ਨੂੰ ਡੇਅਰਿੰਗ ਤੇ ਬੜੀ ਦਲੇਰੀ ਨਾਲ ਤੇ ਬੜੀ ਮਿਹਨਤ ਨਾਲ, ਸ਼ਿੱਦਤ ਨਾਲ ਕਿਵੇਂ ਇਨਵੈਸਟੀਗੇਟ ਕਰੂ, ਜਦੋਂ ਸਰਕਾਰ ਆਪਦੇ ਇੱਕ ਸਹੀ ਇਨਵੈਸਟੀਗੇਟਰ ਨੂੰ ਪ੍ਰੋਟੈਕਟ ਨਹੀਂ ਕਰ ਪਾਈ ਤੇ ਉਹਦੇ ਤੋਂ ਸਗੋਂ ਸਰਕਾਰੀ ਤੰਤਰ ਨੇ ਐਸੀਆਂ ਗਲਤੀਆਂ ਕਰਵਾਈਆਂ, ਜਿਵੇਂ ਉਹ ਮਾਡਲ ਕੋਡ ਆਫ ਕੰਡਕਟ ਦੇ ਵਿੱਚ ਚਲਾਨ ਪੇਸ਼ ਕਰਵਾ ਦੇਣਾ, ਉਹਦੇ ਦਸਤਖਤ ਜਦੋਂ ਉਹ ਹੀ ਵਾਜ਼ ਨਾਟ ਮੈਂਬਰ ਆਫ ਸਿਟ ਉਦੋਂ ਦਸਤਖਤ ਕਰਵਾ ਲੈਣੇ। ਇੱਦਾਂ ਦੀਆਂ ਸਾਰੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਦੇ ਕਰਕੇ ਜਿਹੜਾ ਹੈਗਾ ਅੱਜ ਇਹ ਹਾਲਾਤ ਪਹੁੰਚ ਗਏ ਵੀ 6 ਸਾਲਾਂ ਤੋਂ ਬਾਅਦ ਵੀ ਉਸ offense ਦੀ ਇਨਵੈਸਟੀਗੇਸ਼ਨ ਜ਼ੀਰੋ ਤੇ ਆ ਖੜੀ। ਤੇ ਸ਼ਰਮ ਦੀ ਗੱਲ ਹੈ ਸਾਡੇ ਵਾਸਤੇ ਤੇ ਸਾਡੇ ਸਾਰੇ ਤੰਤਰ ਵਾਸਤੇ, ਸਿਸਟਮ ਵਾਸਤੇ। ਇਸ ਕਰਕੇ ਜਿਹੜਾ ਹੈਗਾ ਸਰਕਾਰ ਵੱਲੋਂ ਮੈਂ ਇਹ ਬਹੁਤ ਵੱਡੀ ਕੁਤਾਹੀ ਮੰਨਦਾ। ਸਰ, ਤੁਸੀਂ ਕਿਹਾ ਵੀ ਬੜੀ ਮਿਹਨਤ ਦੇ ਨਾਲ, ਜਾਂ ਜੋ ਇੱਕ ਇਮੇਜ IG ਕੁੰਵਰ ਵਿਜੇ ਪ੍ਰਤਾਪ ਦੀ ਬਣੀ ਹੋਈ ਹੈ ਵੀ ਬੜੇ ਇਮਾਨਦਾਰ ਅਫਸਰ ਨੇ ਤੇ ਬੜੀ ਸ਼ਿੱਦਤ ਨਾਲ ਕੰਮ ਕੀਤਾ, ਤੁਸੀਂ ਵੀ ਕਹਿ ਰਹੇ ਹੋ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਪੁਲਿਸ ਅਧਿਕਾਰੀ ਇੰਨੀ ਮਿਹਨਤ ਦੇ ਨਾਲ ਜਾਂ ਇੰਨੀ ਜੁਰਅਤ ਦੇ ਨਾਲ ਕੋਈ ਵੀ ਇਨਵੈਸਟੀਗੇਸ਼ਨ ਕਰਨ ਤੋਂ ਸ਼ਾਇਦ ਕਤਰਾਵੇ। ਪਰ ਮੇਰਾ ਸਵਾਲ ਇਹ ਹੈ
ਕਿ ਇਸ ਇਨਵੈਸਟੀਗੇਸ਼ਨ ਦੇ ਬਿਹਾਫ ਤੇ ਜੋ ਹੁਣ ਤੱਕ ਪ੍ਰੋਜੈਕਟ ਕੀਤਾ ਜਾ ਰਿਹਾ ਸੀ, ਜੋ ਇੱਕ ਤਸਵੀਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਕਿ ਬਾਦਲ ਪਿਓ ਪੁੱਤ ਯਾਨੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਾਜ਼ਿਸ਼ਕਰਤਾ ਦੱਸਿਆ ਗਿਆ ਇਨਵੈਸਟੀਗੇਸ਼ਨ ਦੇ ਵਿੱਚ ਜਾਂ ਫਿਰ ਨਹੀਂ? ਦੇਖੋ ਗੱਲ ਇਹ ਹੈ, ਤੁਸੀਂ ਵੀ ਸੁਣੀਆਂ ਹੋਣੀਆਂ ਸ਼੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀਆਂ ਇੰਟਰਵਿਊ ਸੁਣੀਆਂ ਹੋਣੀਆਂ। ਉਹਦੇ ਵਿੱਚ ਇੰਟਰਵਿਊਆਂ 'ਚ ਉਹ ਅਕਸਰ ਗੰਭੀਰ ਹੋ ਕੇ ਕਹਿ ਰਹੇ ਨੇ ਵੀ ਮੇਰੇ ਤੇ ਬੜਾ ਦਬਾਅ ਸੀ। ਕੀ ਉਹ ਦਬਾਅ ਇਹੀ ਸੀ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਉਹਦੇ ਹਿਸਾਬ 'ਚ ਉਹ ਕੌਂਸਪੀਰੇਟਰ ਬਣਦੇ ਨਾ ਹੁਣ, ਵੀ ਉਹਨਾਂ ਨੂੰ ਕੌਂਸਪੀਰੇਟਰ ਗਰਦਾਨ ਦੇ? ਕੀ ਉਹ ਤੇ ਇਹੋ ਜਿਹਾ ਦਬਾਅ ਸੀਗਾ? ਇਹ ਤੇ ਉਹੀ ਦੱਸ ਸਕਦੇ ਨੇ। ਪਰ ਗੱਲ ਇਹ ਹੈ ਬਈ ਉਹਨੂੰ ਕਿਹਨੇ ਮਜਬੂਰ ਕੀਤਾ ਵੀ ਵਿਦਆਊਟ ਪ੍ਰੋਪਰ ਐਵੀਡੈਂਸ ਤੁਸੀਂ ਕਿਸੇ ਬੰਦੇ ਨੂੰ ਕੌਂਸਪੀਰੇਟਰ ਕਹਿ ਦਿਓ ਬਿਨਾਂ ਕਿਸੇ ਪੁਖਤਾ ਸਬੂਤਾਂ ਤੋਂ? ਸਿਰਫ ਟੈਲੀਫੋਨ ਤਾਂ ਕਿਸੇ ਵੀ ਸੀਐਮ ਨੇ ਆਪਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ, ਪੁਲਿਸ ਅਥਾਰਟੀ ਨਾਲ ਕਮਿਊਨੀਕੇਟ ਕਰਨਾ ਹੀ ਹੁੰਦਾ, ਡੀਜੀਪੀ ਨੂੰ ਕਮਿਊਨੀਕੇਟ ਕਰਨਾ ਹੁੰਦਾ, ਦਿਸ਼ਾ ਨਿਰਦੇਸ਼ ਦੇਣੇ ਹੁੰਦੇ ਨੇ। ਆਲਵੇਜ਼ ਕਹਿੰਦੇ ਨੇ ਵੀ ਜੇ ਕੋਈ ਸਿਚੁਏਸ਼ਨ ਹੈ ਜੀ ਹੈਂਡਲ ਵਿਦ ਕੇਅਰ, ਇਹੀ ਕਹਿਣਾ ਹੁੰਦਾ। ਪਰ ਇਹ ਕਿਵੇਂ ਪ੍ਰਜ਼ਿਊਮ ਕਰ ਲਿਆ ਵੀ ਉਹਨਾਂ ਨੇ ਇਹ ਕਿਹਾ ਵੀ ਬੰਦੇ ਮਾਰ ਦਿਓ? ਇਹ ਟੋਟਲੀ ਜਿਹੜਾ ਨਹੀਂ, ਇਸ ਇਨਵੈਸਟੀਗੇਸ਼ਨ ਰਿਪੋਰਟ ਵਿੱਚ ਕਿਤੇ ਲਿਖਿਆ ਹੈ ਵੀ ਸਾਜ਼ਿਸ਼ਕਰਤਾ ਜੋ ਨੇ ਉਹ ਬਾਦਲ ਪਿਓ ਪੁੱਤ ਨੇ? ਬਿਲਕੁਲ ਇਨਵੈਸਟੀਗੇਸ਼ਨ 'ਚ ਉਹਨਾਂ ਨੇ ਕਾਲ ਡਿਟੇਲਸ ਨੂੰ ਦੇ ਕੇ ਵੀ ਮਨਤਾਰ ਬਰਾੜ OSD ਨੂੰ ਫੋਨ ਕਰ ਰਿਹਾ ਹੈ ਰਾਤ ਨੂੰ 2 ਵਜੇ 3 ਵਜੇ 4 ਵਜੇ, ਇੱਦਾਂ ਦੀ ਕੋਈ ਕਾਲ ਡਿਟੇਲਸ ਨੇ। CM ਆਫਿਸ 'ਚੋਂ DGP ਨੂੰ ਫੋਨ ਜਾਂਦਾ, DGP ਤੋਂ ਉੱਧਰ ਉਮਰਾ ਨੰਗਲ ਜੀ ਨੂੰ ਫੋਨ ਜਾਂਦਾ। ਇੱਦਾਂ ਦੀ ਕਮਿਊਨੀਕੇਸ਼ਨ ਲਗਾਤਾਰ ਹੋ ਰਹੀ ਹੈ ਜਿਹੜੀ ਉਹਨੂੰ ਪੇਸ਼ ਕਰਕੇ। ਹਾਲਾਂਕਿ ਜਦੋਂ ਕਿਤੇ ਗੰਭੀਰ ਸਥਿਤੀ ਬਣੀ ਹੋਈ ਹੋਵੇ, ਕੁਦਰਤੀ ਗੱਲ ਹੈ ਵੀ ਸਗੋਂ ਸ਼ਾਬਾਸ਼ ਦੇਣੀ ਬਣਦੀ ਹੈ ਵੀ ਇੱਕ CM SA 'ਚ ਜਾ ਕੇ ਰਾਤ ਨੂੰ 2:30 ਵਜੇ ਜਾ ਕੇ ਦਿਸ਼ਾ ਨਿਰਦੇਸ਼ ਦੇ ਰਿਹਾ ਵੀ ਭਾਈ ਪ੍ਰੋਪਰਲੀ ਹੈਂਡਲ ਕਰੋ ਸਿਚੁਏਸ਼ਨ ਨੂੰ। ਤਾਂ ਇਸ ਕਰਕੇ ਜਿਹੜਾ ਇਹ ਕੋਰਟ ਨੇ ਵੀ ਜ਼ਿਕਰ ਕੀਤਾ ਵੀ ਸਰ ਕਾਲ ਡਿਟੇਲ ਤਾਂ ਚਲੋ ਲਾਈ ਹੈ, ਕਾਲ ਰਿਕਾਰਡਿੰਗ ਕੋਈ ਲਾਈ ਹੈ, ਤੇ ਦੂਜੀ ਗੱਲ ਜੇ ਇੰਨਾ ਵਿਸ਼ਵਾਸ ਸੀ ਉਹਨਾਂ ਨੂੰ ਵੀ ਗੱਲਾਂ ਹੀ ਇਹ ਹੋਈਆਂ ਹੋਣਗੀਆਂ ਤਾਂ ਕਿ ਚਲਾਨ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਦਾ ਨਾਮ ਲਿਖਿਆ ਗਿਆ ਹੈ ਜੀ ਐਜ਼ ਅਕਿਊਜ਼ਡ। ਦੇਖੋ ਇਹੀ ਤੇ ਕੋਰਟ ਨੇ ਕਿਹਾ ਵੀ ਤੁਸੀਂ TV ਚੈਨਲਾਂ ਤਾਂ ਇੰਟਰਵਿਊ ਦੇ ਰਹੇ ਵੀ ਉਹ ਕੌਂਸਪੀਰੇਟਰ ਨੇ ਜੀ, ਉਹ ਕੌਂਸਪੀਰੇਟਰ, ਉਹਨਾਂ ਨੇ ਇਹ ਕੀਤਾ, ਉਹਨਾਂ ਨੇ ਇਹ ਕੀਤਾ। ਤੁਸੀਂ ਉਹਨਾਂ ਨੂੰ ਨਾ ਤਾਂ ਐਜ਼ ਅਕਿਊਜ਼ਡ 2019 'ਚ ਤੁਸੀਂ ਚਲਾਨ ਪੇਸ਼ ਕਰਦੇ ਹੋ, 2019 20 21 ਤੱਕ ਆ ਕੇ ਤੁਸੀਂ ਉਹਨਾਂ ਨੂੰ ਅੱਜ ਤੱਕ ਅਕਿਊਜ਼ਡ ਨਹੀਂ ਚਲਾਨ 'ਚ ਕਿਤੇ ਰੱਖਿਆ, ਉਹਨਾਂ ਨੂੰ ਐਜ਼ ਦੋਸ਼ੀ ਨਹੀਂ ਮੰਨਿਆ। ਤੁਹਾਡੇ ਕੋਲ ਕੋਈ ਪੁਖਤਾ ਸਬੂਤ ਹੈ ਨਹੀਂ, ਪ੍ਰਜੰਪਸ਼ਨਾਂ ਦੇ ਆਧਾਰ 'ਤੇ, ਕਲਪਨਾ ਦੇ ਆਧਾਰ 'ਤੇ ਤੁਸੀਂ ਇੱਦਾਂ ਦੀਆਂ ਗੱਲਾਂ ਕਰੀ ਜਾਂਦੇ ਹੋ। ਇਹ ਇਸੇ ਕਰਕੇ ਇਹ ਪੋਲੀਟੀਕਲ ਏਜੰਡਾ ਪ੍ਰਮੋਟ ਕਰਨ ਵਾਲੀ ਗੱਲ ਆਉਂਦੀ ਹੈ ਆਰਡਰ ਦੇ ਵਿੱਚ, ਤੇ ਇਹ ਇੱਦਾਂ ਦੀਆਂ ਗੱਲਾਂ ਕਰਕੇ ਜਿਹੜਾ ਹੈਗਾ ਇਹ ਕੋਰਟ ਦਾ ਆਰਡਰ ਜਸਟੀਫਾਈ ਹੋਣ ਦੀ ਗੱਲਾਂ ਹੋ ਰਹੀਆਂ ਨੇ। ਸਰ ਨਾਲੇ ਇੱਕ ਗੱਲ ਹੋਰ ਹੋ ਰਹੀ ਹੈ ਵੀ ਮਾਨਯੋਗ ਕੋਰਟ ਨੇ ਟਾਈਮ ਬੌਂਡ ਕਰਤੀ ਹੁਣ ਵੀ 6 ਮਹੀਨਿਆਂ ਦੇ ਅੰਦਰ ਅੰਦਰ ਸਿੱਟ ਜਿਹੜੀ ਹੈ ਉਹ ਰਿਪੋਰਟ ਦੇਵੇ। ਪਰ ਹੁਣ ਸਿੱਟ ਬਣੇਗੀ ਕਦੋਂ? ਕੀ ਸਰਕਾਰ ਸਿੱਟ ਬਣਾਏਗੀ ਜਾਂ ਸਰਕਾਰ ਇਸ ਆਰਡਰ ਤੇ ਅੱਗੇ ਕੋਈ ਅਪੀਲ ਪਾਏਗੀ? ਤੁਸੀਂ ਕਿਵੇਂ ਦੇਖਦੇ ਹੋ ਵੀ ਵਾਕਈ ਹੁਣ 6 ਮਹੀਨਿਆਂ ਦੇ ਅੰਦਰ ਅਸੀਂ ਮੰਨ ਲਈਏ ਵੀ ਇਨਸਾਫ ਮਿਲ ਜਾਏਗਾ? ਦੇਖੋ ਗੱਲ ਇਹ ਹੈ ਬਈ ਜੋ ਆਰਡਰ ਹੈ ਨੋ ਡਾਊਟ ਇਹ ਡਿਬੇਟੇਬਲ ਹੈ। ਔਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ, ਸਟੇਟ ਆਫ ਪੰਜਾਬ ਨੂੰ ਇਹ ਰਾਈਟ ਹੈ ਵੀ ਦੇ ਕੈਨ ਫਾਈਲ LPA ਲੈਟਰ ਪੇਟੈਂਟ ਅਪੀਲ ਬਿਫੋਰ ਡਿਵੀਜ਼ਨ ਬੈਂਚ ਹਾਈ ਕੋਰਟ ਦੇ। ਇਸੇ ਹਾਈ ਕੋਰਟ ਦੇ ਵਿੱਚ ਡਿਵੀਜ਼ਨ ਬੈਂਚ ਦੇ ਉਹ ਅਪੀਲ ਕਰ ਸਕਦੇ ਨੇ। ਜਿਵੇਂ ਤੁਹਾਡੇ ਯਾਦ ਹੋਊਗਾ ਪ੍ਰਿੰਸੀਪਲ ਸੈਕਟਰੀ ਨੇ CM ਦੇ ਸੁਰੇਸ਼ ਕੁਮਾਰ, ਉਹਨਾਂ ਦੀ ਜਿਹੜੀ ਹੈਗੀ ਆ ਸਿੰਗਲ ਬੈਂਚ ਨੇ ਸੈੱਟ ਸਾਈਡ ਕਰ ਦਿੱਤੀ ਅਪੁਆਇੰਟਮੈਂਟ, ਇਮੀਡੀਏਟਲੀ ਉਹਦੀ ਡਿਵੀਜ਼ਨ ਬੈਂਚ ਦੇ ਜਿਹੜੀ LPA ਪਾ ਕੇ ਉਹਦਾ ਆਪਰੇਸ਼ਨ ਸਟੇ ਕਰਵਾ ਲਿਆ ਗਿਆ ਸੀਗਾ ਤੇ ਉਹ ਕੰਟੀਨਿਊ ਰਹੇ। ਠੀਕ ਹੈ, ਇਸੇ ਤਰ੍ਹਾਂ ਇਸ ਕੇਸ ਦੇ ਵਿੱਚ ਵੀ ਅਗਰ ਪੰਜਾਬ ਸਰਕਾਰ ਗੰਭੀਰਤਾ ਨਾਲ ਕੇਸ ਤਿਆਰ ਕਰਕੇ LPA ਪਾਵੇ, ਕਿਉਂਕਿ ਇਹ ਡੋਮੇਨ ਪੰਜਾਬ ਸਰਕਾਰ ਦੀ ਹੈ ਵੀ ਕਿਹਨੂੰ ਜਿਹੜਾ ਸਿੱਟ ਦੇ ਵਿੱਚ ਰੱਖਣਾ ਹੈ, ਕਿਹਨੇ ਨਹੀਂ ਰੱਖਣਾ। ਫਾਈਂਡਿੰਗ ਨੇ ਜਿਹੜੀਆਂ ਕੋਰਟ ਦੀਆਂ ਉਹ ਸਸਟੇਨੇਬਲ ਨੇ, ਨਹੀਂ ਹੈਗੀਆਂ। ਇਹ ਡਿਬੇਟੇਬਲ ਪੁਆਇੰਟਸ ਨੇ ਜਿਹੜੇ ਐਜੀਟੇਟ ਕੀਤੇ ਜਾ ਸਕਦੇ ਨੇ। ਜਿੱਥੋਂ ਤੱਕ ਸਵਾਲ ਹੈ ਕੋਰਟ ਦੀ ਡਾਇਰੈਕਸ਼ਨ ਦਾ ਵੀ ਵਿਦਨ 6 ਮੰਥ ਪ੍ਰੈਫਰੇਬਲੀ ਜਿਹੜੀ ਨਵੀਂ ਸਿੱਟ ਪੰਜਾਬ ਸਰਕਾਰ ਬਣਾਊਗੀ, ਸਿੱਟ ਬਣਨ ਦੇ ਡੇਟ ਤੋਂ 6 ਮੰਥ ਦੇ ਵਿੱਚ ਉਹ ਪ੍ਰੈਫਰੇਬਲੀ ਇਨਵੈਸਟੀਗੇਸ਼ਨ ਕੰਪਲੀਟ ਕਰੂਗੀ। ਨੋ ਡਾਊਟ ਇਹ ਪੋਸੀਬਲ ਹੈ ਕਿਉਂਕਿ ਆਲਰੇਡੀ ਮਟੀਰੀਅਲ ਹੈ ਜਿਹੜਾ ਉਹ ਜਸਟਿਸ ਰਣਜੀਤ ਸਿੰਘ ਇਨਕੁਆਇਰੀ ਕਮਿਸ਼ਨ ਦੇ ਵਿੱਚ ਲੋਕਾਂ ਦੇ ਸਟੇਟਮੈਂਟ ਦੇ ਰੂਪ 'ਚ ਪਿਆ। ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਜਿਹੜੇ ਇਨਵੈਸਟੀਗੇਸ਼ਨ ਹੈ ਮਟੀਰੀਅਲ
ਟੂ ਗਾਈਡਲਾਈਨਸ ਉੱਥੇ ਪਈਆਂ ਨੇ, ਸਭ ਕੁਝ ਕਲੈਕਟ ਕੀਤਾ ਪਿਆ, ਕਰ ਸਕਦਾ ਹੈ। ਪਰ ਇਦਾਂ ਸੰਭਵ ਹੈ ਨਹੀਂ। ਤੁਸੀਂ ਮੈਂ ਤੁਹਾਨੂੰ ਜ਼ਿਕਰ ਕਰਦਾ ਵੀ 2000 ਦੇ ਵਿੱਚ ਹਾਈ ਕੋਰਟ ਨੇ ਡੇਰਾ ਮੁਖੀ ਸੱਚਾ ਸੌਦਾ ਜਿਹੜਾ ਰਾਮ ਰਹੀਮ ਦੇ ਖਿਲਾਫ ਰੇਪ ਕੇਸ ਦੇ ਵਿੱਚ ਵਿਦਨ 6 ਮੰਥ ਜਿਹੜਾ ਉਹ ਆਰਡਰ ਕੀਤੇ ਸੀਗੇ ਵੀ ਇਨਵੈਸਟੀਗੇਸ਼ਨ ਕੰਪਲੀਟ ਕੀਤੀ ਜਾਵੇ। ਪਰ CBI ਜਿਹੜੀ ਵਾਰ-ਵਾਰ ਆ ਕੇ 6 ਮੰਥ ਦੇ ਜਿਹੜੇ ਨੇੜੇ ਆਉਂਦੇ ਤੇ ਐਪਲੀਕੇਸ਼ਨ ਲਾ ਦਿੰਦੇ ਸੀ ਕਿ ਵੀ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਪਾਈ ਜੀ, ਸਾਨੂੰ ਹੋਰ ਐਕਸਟੈਂਸ਼ਨ ਦਿੱਤੀ ਜਾਵੇ। ਐਕਸਟੈਂਸ਼ਨ ਲੈਂਦੇ ਲੈਂਦੇ ਉਹ 4-5 ਸਾਲ ਲੰਘ ਗਏ। ਇਸੇ ਤਰ੍ਹਾਂ ਇਸ ਕੇਸ ਦੇ ਵਿੱਚ ਵੀ ਸੰਭਾਵਨਾ ਹੈ ਵੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਉਹ 6 ਮੰਥ ਦੇ ਵਿੱਚ ਫਿਰ ਕੰਪਲੀਟ ਨਹੀਂ ਹੋਣੀ, ਕਿਉਂਕਿ ਹਰ ਇਨਵੈਸਟੀਗੇਟਿੰਗ ਆਫੀਸਰ ਹੁਣ ਜੋ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਹਾਲਾਤ ਬਣਾ ਦਿੱਤੇ ਗਏ ਨੇ ਉੱਦਾਂ ਦੇ ਤੇ ਉਹ ਹਰੇਕ ਡਰ ਕੇ ਚੱਲੂਗਾ, ਤੇ ਇਹ ਸੰਭਾਵਨਾ ਹੈ ਨਹੀਂ। ਹਾਂ, ਅਗਰ ਇਹਦਾ ਆਰਡਰ ਦਾ ਆਪਰੇਸ਼ਨ ਸਟੇ ਹੋ ਜਾਂਦਾ ਹੈ ਡਿਵੀਜ਼ਨ ਬੈਂਚ ਤੋਂ, ਤੇ ਆਫਟਰ ਨੋਟਿਸ ਦੂਜੀ ਧਿਰ ਨੂੰ ਸੁਣ ਕੇ ਇਹਦਾ ਫੈਸਲਾ ਆ ਜਾਂਦਾ ਹੈ, ਹੱਕ 'ਚ ਆ ਜਾਂਦਾ ਪੰਜਾਬ ਸਰਕਾਰ ਦੇ, ਤਾਂ ਜਿਹੜਾ ਇਹੀ ਚਲਾਨ ਹੈ ਇਹੀ ਟਰਾਇਲ ਕੋਰਟ ਦੇ ਵਿੱਚ ਪ੍ਰੋਸੀਡ ਕਰਤੇ ਹੈ। ਟਰਾਇਲ ਕੋਰਟ ਹੈ ਜਿਹੜੀ ਇਹਨੂੰ ਫਾਈਨਲੀ ਡਿਸਾਈਡ ਕਰ ਸਕਦੀ ਹੈ ਵੀ ਸਹੀ ਹੈ ਐਵੀਡੈਂਸ ਜਾਂ ਗਲਤ ਹੈ, ਕੌਣ ਦੋਸ਼ੀ ਹੈ ਕੌਣ ਨਹੀਂ ਦੋਸ਼ੀ, ਇਹ ਵੀ ਹੋ ਸਕਦਾ। ਪਰ ਇਹ ਤਾਂ ਹੁਣ ਸਰਕਾਰ ਨੇ ਫੈਸਲਾ ਲੈਣਾ। ਪਰ ਜਿਹੜਾ ਸਰਕਾਰੀ ਪੱਖ ਹੈ, ਜਿਹੜਾ ਗੱਲ ਇਹ ਹੈ ਵੀ ਕਈ ਮਾਮਲਿਆਂ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਪੱਖ ਪੂਰੀ ਤਰ੍ਹਾਂ ਰੱਖਿਆ ਨਹੀਂ ਗਿਆ। ਉਹਦੇ ਤੇ ਐਲੀਗੇਸ਼ਨ ਆ ਰਹੇ ਨੇ ਕਈ ਥਾਂ ਤੇ ਵੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਗੁਰਦੀਪ ਸਿੰਘ ਪਟੀਸ਼ਨਰ ਨੂੰ ਅਪਰੂਵਰ ਬਣਾਉਣ ਲਈ ਐਵੀਡੈਂਸ ਕ੍ਰੀਏਟ ਕਰਨ ਲਈ ਦਬਾਅ ਬਣਾਇਆ। ਇਸ ਚੀਜ਼ ਨੂੰ ਕੱਟਣ ਲਈ ਪੁਖਤਾ ਸਬੂਤ ਨਹੀਂ ਦਿੱਤੇ ਗਏ ਸਰਕਾਰ ਵੱਲੋਂ, ਤੇ ਵੀ ਇਹ ਜਿਹੜਾ ਐਲੀਗੇਸ਼ਨ ਫਾਲਸ ਨੇ, ਤੇ ਇਸੇ ਕਰਕੇ ਕੋਰਟ ਨੇ ਇਹ ਕਹਿਤਾ ਹਾਲਾਤ ਨੂੰ ਦੇਖਦੇ ਵੀ ਜਿਹੜਾ ਹੈਗਾ ਵੀ ਇਹ ਜਿਹੜਾ ਐਲੀਗੇਸ਼ਨ ਨੇ ਵੀ ਅਪਰੂਵਡ ਬਣਾਉਣ ਲਈ ਦਬਾਅ ਬਣਾਉਣਾ, ਇਹ ਕੈਨ ਨਾਟ ਬੀ ਰੂਲਡ ਆਊਟ। ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ। ਸਰ ਤੁਸੀਂ ਹੁਣ ਇੱਕ ਜ਼ਿਕਰ ਕੀਤਾ ਸੀ 2002 ਦੇ ਮਾਮਲੇ ਦਾ, ਡੇਰਾ ਸੱਚਾ ਸੌਦਾ ਦਾ ਜਾਂ ਗੁਰਮੀਤ ਰਾਮ ਰਹੀਮ ਦਾ। ਇਸ ਇਨਵੈਸਟੀਗੇਸ਼ਨ ਦੇ ਵਿੱਚ ਅਕਸ਼ੇ ਕੁਮਾਰ ਦਾ ਨਾਮ ਵੀ ਵਿੱਚ ਜੁੜਿਆ ਸੀ, ਉਹਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਅਤੇ ਗੁਰਮੀਤ ਰਾਮ ਰਹੀਮ ਦਾ ਨਾਮ ਵੀ ਕਿਤੇ ਆਇਆ ਸੀ। MSG ਮੂਵੀ ਦੇ ਲਈ ਕੋਈ ਮੁਆਫੀ ਦਿੱਤੀ ਗਈ, ਉਹਨਾਂ ਗੱਲਾਂ ਦਾ ਜ਼ਿਕਰ ਵੀ ਇਹਦੇ ਵਿੱਚ ਕੀਤਾ ਗਿਆ ਕਿ ਅਕਸ਼ੇ ਕੁਮਾਰ ਦਾ ਜ਼ਿਕਰ ਹੈ ਜਾਂ ਫਿਰ ਮੁਆਫੀ ਜਿਹੜੀ ਦਿੱਤੀ ਗਈ ਹੈ ਗੁਰਮੀਤ ਰਾਮ ਰਹੀਮ ਨੂੰ, ਡੇਰਾ ਸਾਧ ਨੂੰ, ਉਸ ਦਾ ਜ਼ਿਕਰ ਕੀਤਾ ਗਿਆ। ਦੇਖੋ ਗੱਲ ਇਹ ਹੈ ਵੀ ਨੋ ਡਾਊਟ ਜਿਹੜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਹੈਡਿੰਗ ਬਣਾ ਕੇ ਇਹ ਜ਼ਿਕਰ ਤੇ ਆਉਂਦਾ ਹੈ, ਪਰ ਕੋਰਟ ਨੇ ਕਿਹਾ ਵੀ ਇਹ ਜਿਹੜਾ ਸੈਂਸਿਟਾਈਜ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਇਹ ਇੱਦਾਂ ਦੀ ਬਹੁਤੀ ਕਿਤੇ ਲੋੜ ਨਹੀਂ ਸੀਗੀ, ਰੈਲੇਵੈਂਸੀ ਹੈ ਨਹੀਂ। ਜਿਹੜਾ ਇਨਸੀਡੈਂਟ ਹੈ ਫਾਇਰਿੰਗ ਦਾ ਕੋਟਕਪੂਰਾ ਚੌਂਕ 'ਚ, ਇਹਦੀ ਕੋਈ ਬਹੁਤੀ ਰੈਲੇਵੈਂਸੀ ਹੈ ਨਹੀਂ ਇਹਦੇ ਨਾਲ, ਨਾ ਅਕਸ਼ੇ ਕੁਮਾਰ ਦੇ ਨਾਲ, ਨਾ ਗੁਰਮੀਤ ਰਾਮ ਰਹੀਮ ਦੇ ਨਾਲ। ਬਿਲਕੁਲ ਸਰ, ਲੇਕਿਨ ਬੇਅਦਬੀ ਦੇ ਪਿੱਛੇ ਜਾਂ ਫਿਰ ਮੌਡ ਬਲਾਸਟ ਦੀ ਗੱਲ ਕਰੀਏ, ਉਹ ਡੇਰਾ ਸੱਚਾ ਸੌਦਾ ਦੀਆਂ ਤਾਰਾਂ ਜੁੜਦੀਆਂ ਨਜ਼ਰ ਆਉਂਦੀਆਂ ਨੇ। ਮੌਡ ਬਲਾਸਟ ਦੇ ਵਿੱਚ ਜਿਹੜੇ ਅਕਿਊਜ਼ ਨੇ, ਨਾਮ ਸਾਹਮਣੇ ਨੇ। ਹੁਣ ਪਿੱਛੇ ਜਿਹੇ ਡੇਰਾ ਪ੍ਰੇਮੀ ਪ੍ਰੈਸ ਕਾਨਫਰੰਸ ਵੀ ਕਰਕੇ ਗਏ ਨੇ, ਉਹ ਕਹਿੰਦੇ ਨੇ ਕਿ ਉਹ ਘੁੰਮੀ ਜਾਂਦੇ ਨੇ, ਡੇਰੇ ਦੇ ਵਿੱਚ ਵੀ ਨੇ, ਵਿਆਹ ਸ਼ਾਦੀਆਂ ਦੇ ਫੰਕਸ਼ਨ ਵੀ ਅਟੈਂਡ ਕਰ ਰਹੇ ਨੇ, ਚਾਹੇ ਪ੍ਰਦੀਪ ਕਲੇਰ ਦੀ ਗੱਲ ਹੋਵੇ ਜਾਂ ਹੋਰਾਂ ਦੀ ਗੱਲ ਹੋਵੇ, ਪਰ ਉਹਨਾਂ ਨੂੰ ਫੜ ਨਹੀਂ ਰਹੀ ਪੁਲਿਸ। ਫਿਰ ਹੁਣ ਕੋਤਾਹੀ ਕੌਣ ਵਰਤ ਰਿਹਾ ਹੈ? ਇਹ ਅਸਲ 'ਚ ਇੰਨਾ ਲੋਕਾਂ ਦਾ ਹਿਰਦੇ ਬਲੁੰਦਰੇ ਗਏ ਇਸ ਕੇਸ 'ਚ, ਜਦੋਂ ਜੂਨ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੁੰਦੀ ਹੈ ਬਰਗਾੜੀ 'ਚੋਂ, ਤੇ ਫਿਰ ਜਿਹੜਾ ਹੈਗਾ ਪੋਸਟਰ ਲਾਏ ਜਾਂਦੇ ਨੇ ਜਿਹਦੇ 'ਚ ਥ੍ਰੈਟ ਦਿੱਤਾ ਜਾਂਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦਿੱਤੀ ਜਾਊਗੀ ਜੇਕਰ ਐਂ ਨਾ ਹੋਇਆ, ਨਾ ਫਿਲਮ ਨਾ ਚੱਲਣ ਦਿੱਤੀ ਡੇਰਾ ਮੁਖੀ ਦੀ। ਅਤੇ ਉਸ ਤੋਂ ਬਾਅਦ ਬਕਾਇਦਾ ਅਕਤੂਬਰ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਗਲੀਆਂ ਦੇ ਵਿੱਚ ਅੰਕ ਖਿਲਾਰ ਕੇ ਬੜੀ ਬੁਰੀ ਤਰ੍ਹਾਂ ਜਿਹੜੇ ਹੈਗੇ ਇਹਨਾਂ ਦੀ ਹਰਕਤ ਕੀਤੀ ਜਾਂਦੀ ਹੈ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਲੋਕਾਂ ਦੇ ਵਿੱਚ ਰੋਸ ਆਉਂਦਾ, ਅਤੇ ਬਾਈਬਲ ਕਲਾਂ ਅਤੇ ਕੋਟਕਪੂਰਾ ਦੇ ਵਿੱਚ ਲੋਕ ਇਕੱਠੇ ਹੋ ਕੇ ਰੋਸ ਕਰ ਰਹੇ ਨੇ, ਅਤੇ ਉੱਥੇ ਇਹ ਜਿਹੜਾ ਉਹਨੂੰ ਧਰਨੇ ਨੂੰ ਉਠਾਉਣ ਦੇ ਲਈ ਇਹ ਇਨਸੀਡੈਂਟ ਹੁੰਦਾ। ਜੇ ਨੇਕ ਨੀਤੀ ਨਾਲ ਇਨਵੈਸਟੀਗੇਸ਼ਨ ਕੀਤੀ ਜਾਂਦੀ, ਇਹ ਕਿੱਡੇ ਕੁ ਮੈਟਰ ਸੀਗੇ, ਅਤੇ 6 ਮਹੀਨਿਆਂ ਦੇ ਵਿੱਚ ਇਹਦਾ ਹੱਲ ਕੀਤਾ ਜਾ ਸਕਦਾ ਸੀ, ਮਤਲਬ ਕਿਹਨੇ ਕੀ ਕੀਤਾ, ਕਿਉਂ ਕੀਤਾ। ਪਰ ਇਹ ਡਰੈਗ ਕਰਕੇ ਹੁਣ ਪੋਲੀਟੀਕਲੀ ਮੋਟੀਵੇਟਿਡ, ਬਸ ਇਹ ਉਹੀ ਤੁਸੀਂ ਜੋ ਪਹਿਲਾਂ ਬੋਲ ਕੇ ਕਿਉਂ ਬਈ ਰਾਜਨੀਤਿਕ ਰੋਟੀਆਂ ਸੇਕੀਆਂ ਗਈਆਂ ਨੇ, ਇਨਸਾਫ ਦੇਣ ਦੀ ਚੇਸ਼ਟਾ ਕਿਸੇ ਨੇ ਨਹੀਂ ਕੀਤੀ। ਸਰ, ਮੈਂ ਇੱਕ ਸਵਾਲ ਸਿੱਧੇ ਤੌਰ 'ਤੇ ਪੁੱਛਾਂਗਾ ਵੀ ਜਿਹੜੀ ਹੁਣ ਇਹ ਮਾਣਯੋਗ ਕੋਰਟ ਦੇ ਆਰਡਰ ਆਏ ਨੇ, ਕਿ ਤੁਸੀਂ ਇਹਨਾਂ ਆਰਡਰਾਂ ਨੂੰ IG ਕੁੰਵਰ ਵਿਜੇ ਪ੍ਰਤਾਪ ਦੇ ਕਰੀਅਰ 'ਤੇ ਬਲੈਕ ਸਪੌਟ ਮੰਨਦੇ ਹੋ ਜਾਂ ਫਿਰ ਨਹੀਂ? ਬਿਲਕੁਲ,
ਇਹ ਤਾਂ ਦੇਖੋ ਗੱਲ ਇਹ ਹੈ ਵੀ ਜਿਹੜੀ ਰਿਟ ਜੁਡੀਕਸ਼ਨ ਦੇ ਵਿੱਚ ਨੋ ਡਾਊਟ ਹਾਈ ਕੋਰਟ ਕੋਲੇ ਬਹੁਤ ਵਾਈਡ ਪਾਵਰਾਂ ਨੇ। ਜਿਹੜਾ ਹਾਈ ਕੋਰਟ ਹੈ ਜੇ ਇਨ ਦੀ ਇੰਟਰਸਟ ਆਫ ਜਸਟਿਸ ਨੋ ਡਾਊਟ ਵੀ ਇਨਵੈਸਟੀਗੇਸ਼ਨ ਉਹਨਾਂ ਨੇ ਜਿਹੜੀ ਕੁਐਸ਼ ਕਰਤੀ, ਪਰ ਜਨਰਲੀ ਜਿਹੜਾ ਹੈਗਾ ਕੋਰਟਸ ਇੰਟਰਫੀਅਰ ਨਹੀਂ ਕਰਦੀਆਂ ਇਨਵੈਸਟੀਗੇਸ਼ਨ ਦੇ ਵਿੱਚ। ਤੇ ਜਨਰਲੀ ਜਿਹੜਾ ਆਈਓ ਬਾਰੇ ਜਿਹੜੇ ਇਦਾਂ ਦੇ ਕਮੈਂਟਸ ਆ ਰਹੇ ਨੇ ਵੀ ਇਹ ਮਲੀਸ਼ੀਅਸ ਜਾਂ ਹੈਗੀ ਹੈ ਮੈਲਾਫਾਈਡ ਇਨਵੈਸਟੀਗੇਸ਼ਨ, ਇਹ ਨੋ ਡਾਊਟ ਨਾ ਤਾਂ ਉਹਦੇ ਖਿਲਾਫ ਕੋਈ ਇਨਕੁਆਰੀ ਹੈ, ਨਾ ਇਸ ਗੱਲ ਨੂੰ ਉਹਨੂੰ ਕੋਈ ਸੁਣਵਾਈ ਦਾ ਮੌਕਾ ਪ੍ਰੋਪਰ ਮਿਲਿਆ ਲੱਗਦਾ ਇਸ ਪੱਖ 'ਚ, ਕਿਉਂਕਿ ਉਹਦਾ ਵਕੀਲ ਸ਼ਾਇਦ ਪੇਸ਼ ਨਹੀਂ ਹੋਇਆ, ਕਿਉਂਕਿ ਉਹਦੀ ਪ੍ਰੈਜੈਂਸ ਦਾ ਮਾਰਕ ਨਹੀਂ ਆਰਡਰ ਦੇ ਵਿੱਚ। ਕੁੰਵਰ ਵਿਜੇ ਪ੍ਰਤਾਪ ਜਾਣੀ ਉਹ ਇੱਕ ਤਰ੍ਹਾਂ ਦਾ ਅਨਹਰਡ ਕੰਡੈਮ ਹੋ ਗਿਆ, ਸਰਕਾਰ ਵੱਲੋਂ ਵੀ ਉਹਦਾ ਪੱਖ ਨਹੀਂ ਦਿੱਤਾ ਗਿਆ। ਇਸ ਕਰਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਤਾਂ ਇਹ ਜਿਹੜੀ ਹੈਗੀ ਆ ਜੱਜਮੈਂਟ ਨੂੰ ਚੈਲੰਜ ਕਰਨਾ ਬਣਦਾ ਹੀ ਬਣਦਾ, ਕਿਉਂਕਿ ਨੋ ਡਾਊਟ ਉਹਦੇ ਕੈਰੀਅਰ 'ਤੇ ਇੱਕ ਤਰ੍ਹਾਂ ਦਾ ਧੱਬਾ ਲੱਗ ਗਿਆ। ਲੋਕ ਸਮਝਦੇ ਆ ਵੀ ਉਹ ਇਮਾਨਦਾਰ ਅਫਸਰ ਹੈ, ਬੜਾ ਮਿਹਨਤੀ ਅਫਸਰ ਹੈ, ਪਰ ਉਹ ਵੀ ਦਬਾਅ ਥੱਲੇ ਆਇਆ, ਦਬਾਅ ਦਾ ਜ਼ਿਕਰ ਵੀ ਕਰਦੇ ਰਹੇ ਨੇ ਉਹ। ਤੇ ਹੁਣ ਗੱਲ ਇਹ ਆ ਵੀ ਪੰਜਾਬ ਸਰਕਾਰ ਨਵੀਂ ਸਿੱਟ ਬਣਾਉਂਦੀ ਹੈ ਜਾਂ ਇਸ ਆਰਡਰ ਨੂੰ ਚੈਲੰਜ ਕਰਦੀ ਹੈ। ਸ਼ਾਰਟਕੱਟ ਵੇ ਮੇਰੇ ਹਿਸਾਬ 'ਚ, ਮੇਰੇ ਵਿਚਾਰ 'ਚ ਤਾਂ ਇਹੀ ਹੈ ਵੀ ਆਰਡਰ ਨੂੰ ਚੈਲੰਜ ਕਰਕੇ ਅਗਰ ਪ੍ਰੋਪਰਲੀ ਜਸਟੀਫਾਈ ਕਰ ਸਕੇ ਡਿਵੀਜ਼ਨ ਬੈਂਚ ਕੋਲੇ ਤਾਂ ਇਹਦਾ ਆਪਰੇਸ਼ਨ ਸਟੇ ਕਰਾ ਕੇ ਛੋਟੀ ਡੇਟ ਲੈ ਕੇ ਤੇ ਇਹਦਾ ਫਾਈਨਲ ਡਿਸਾਈਡ ਕਰਾ ਕੇ ਟ੍ਰਾਇਲ ਕੋਰਟ ਆ ਜਿਹੜੀ ਉਹ ਬਕਾਇਦਾ ਇਸੇ ਇਨਵੈਸਟੀਗੇਸ਼ਨ 'ਤੇ ਚੱਲ ਸਕਦਾ ਕੰਮ। ਤੇ ਅਦਰਵਾਈਜ਼ ਜੇ ਨਵੀਂ ਸਿੱਟ ਬਣਦੀ ਹੈ ਤਾਂ ਇਹ ਸਰਕਾਰ ਨੇ ਮੋਨੀਟਰ ਕਰਨਾ ਹੋਏਗਾ ਵੀ ਲੋਕਾਂ ਨੂੰ ਹੁਣ ਇਨਸਾਫ ਲਈ ਬਹੁਤ ਦੇਰੀ ਹੋ ਗਈ ਤੇ ਜਲਦੀ ਤੋਂ ਜਲਦੀ ਵਾਕਈ ਉਹ ਵਿਦਨ 6 ਮੰਥ ਕੰਪਲੀਟ ਕਰ ਦੇ। ਬਿਲਕੁਲ, ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸੀਨੀਅਰ ਐਡਵੋਕੇਟ ਮੋਹਿੰਦਰ ਸਿੰਘ ਜੋਸ਼ੀ ਜੀ, ਜਿਨ੍ਹਾਂ ਨੇ ਬੜੀ ਬਖੂਬੀ ਦੇ ਨਾਲ ਹਰ ਇੱਕ ਪੁਆਇੰਟ ਤੇ ਉੱਠ ਰਹੇ ਸਵਾਲਾਂ ਦੇ ਜਵਾਬ ਦਿੱਤੇ ਨੇ। ਸਵਾਲ ਇਹ ਬੜਾ ਵੱਡਾ ਹੈ ਕਿ ਲੋਕਾਂ ਦੇ ਵਿੱਚ ਜੋ ਇੱਕ ਤਸਵੀਰ ਬਣੀ ਹੈ ਜੀ ਕੁੰਵਰ ਵਿਜੇ ਪ੍ਰਤਾਪ ਦੀ ਕਿ ਬੜੇ ਇਮਾਨਦਾਰ ਅਫਸਰ ਨੇ, ਕਿ ਅਜਿਹੇ ਅਫਸਰ ਦੇ ਕਰੀਅਰ ਦਾ ਅੰਤ ਇਸ ਤਰ੍ਹਾਂ ਹੋਣਾ ਠੀਕ ਹੈ? ਕਿਉਂਕਿ ਸਮੇਂ-ਸਮੇਂ ਸਿਰ ਆਪਣੇ ਵੱਖ-ਵੱਖ ਇੰਟਰਵਿਊਜ਼ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਜੀ ਇਹ ਕਹਿੰਦੇ ਰਹੇ ਨੇ ਕਿ ਮੇਰੇ ਉੱਤੇ ਪ੍ਰੈਸ਼ਰ ਬਹੁਤ ਹੈ। ਹੁਣ ਉਹ ਪ੍ਰੈਸ਼ਰ ਕਿਸ ਤਰ੍ਹਾਂ ਦਾ ਸੀ ਕਿ ਕਿਸੇ ਨੂੰ ਫਸਾਉਣ ਦਾ ਗਲਤ ਤਰੀਕੇ ਨਾਲ ਪ੍ਰੈਸ਼ਰ ਬਣਾਇਆ ਜਾ ਰਿਹਾ ਸੀ ਜਾਂ ਫਿਰ ਕਿਸੇ ਨੂੰ ਬਚਾਉਣ ਦਾ? ਤੱਥ ਜਿਹੜੇ ਨੇ, ਚਾਹੇ ਜਿਵੇਂ ਹੁਣ ਐਡਵੋਕੇਟ ਜੋਸ਼ੀ ਜੀ ਨੇ ਵੀ ਦੱਸਿਆ ਹੈ ਬਈ ਬੇਸ਼ੱਕ ਕਿਹਾ ਗਿਆ ਹੈ, ਨਾਮ ਲਿਆ ਗਿਆ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਾਂ ਫਿਰ ਸੁਖਬੀਰ ਸਿੰਘ ਬਾਦਲ ਦਾ, ਪਰ ਕਾਲ ਡਿਟੇਲਸ ਤੋਂ ਇਲਾਵਾ ਕੋਈ ਕਾਲ ਰਿਕਾਰਡਿੰਗ ਜਾਂ ਕੋਈ ਹੋਰ ਐਵੀਡੈਂਸ ਨਹੀਂ ਲਾਇਆ ਗਿਆ। ਇਹ ਲੂਪ ਹੋਲ ਕਿਉਂ? ਜੇ ਸ਼ੁਰੂ ਤੋਂ ਹੀ ਸਿਆਸੀ ਪਾਰਟੀਆਂ ਜਿਹੜੇ ਵਿਰੋਧੀ ਧਿਰ ਨੇ ਸ਼੍ਰੋਮਣੀ ਅਕਾਲੀ ਦਲ ਦੇ, ਜੇ ਉਹ ਇਹ ਕਹਿ ਰਹੇ ਸੀ ਕਿ ਬਾਦਲ ਪਿਓ ਪੁੱਤ ਮੁੱਖ ਰੂਪ ਦੇ ਵਿੱਚ ਸਾਜ਼ਿਸ਼ ਕਰਤਾ ਨੇ, ਤਾਂ ਫਿਰ ਕਿਸੇ ਵੀ ਚਲਾਨ ਦੇ ਵਿੱਚ ਐਕਿਊਜ਼ ਦੇ ਤੌਰ ਤੇ ਉਹਨਾਂ ਦਾ ਨਾਮ ਕਿਉਂ ਨਹੀਂ ਪਾਇਆ ਗਿਆ? ਇਹ ਵੀ ਬੜਾ ਵੱਡਾ ਸਵਾਲ ਹੈ। ਤੇ ਬਿਨਾਂ ਕੁੰਵਰ ਵਿਜੇ ਪ੍ਰਤਾਪ ਦਾ ਪੱਖ ਸੁਣੇ ਇਹ ਸਭ ਕੁਝ ਹੋ ਜਾਣਾ ਓਬਵੀਅਸਲੀ ਇੱਕ ਅਫਸਰ ਦੇ ਦਿਲ ਤੇ ਵੀ ਗਹਿਰੀ ਛਾਪ ਛੱਡਦਾ ਹੈ, ਜਿਸ ਤੋਂ ਬਾਅਦ ਮੇਰੇ ਖਿਆਲ ਦੇ ਵਿੱਚ ਨਤੀਜਾ ਇਹ ਹੋਇਆ ਕਿ ਉਹਨਾਂ ਨੇ VRS ਅਪਲਾਈ ਕੀਤੀ, ਉਹਨਾਂ ਨੇ ਵੋਲੰਟਰੀ ਜੋ ਤੁਸੀਂ ਕਹਿ ਸਕਦੇ ਹੋ ਵੀ ਰਿਟਾਇਰਮੈਂਟ ਦਾ ਐਲਾਨ ਕੀਤਾ, ਲੈ ਵੀ ਲਈ। ਤੇ ਹੁਣ ਸਵਾਲ ਵੱਡੇ ਨੇ ਵੀ 6 ਸਾਲਾਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਜਿਹੜੇ ਲੋਕ ਨੇ, ਕਿ ਉਹਨਾਂ ਨੂੰ 6 ਮਹੀਨਿਆਂ ਦੇ ਵਿੱਚ ਇਨਸਾਫ ਮਿਲੇਗਾ ਜਾਂ ਫਿਰ ਉਹਨਾਂ ਦਾ ਇਨਸਾਫ ਜੋ ਹੈ ਉਹ ਸਿਆਸੀ ਸੂਲੀ ਚੜ੍ਹਦਾ ਇੱਕ ਵਾਰ ਫਿਰ ਨਜ਼ਰ ਆਵੇਗਾ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।